ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਲੈ ਕੇ ਮੈਂ ਹਾਂ ਗੁਰਵਿੰਦਰ ਸੰਧੂ। ਮਾਰਦੇ ਹਾਂ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ। ਅਦਾਕਾਰ ਅਨੁਪਮ ਖੇਰ ਨੇ ਟਵੀਟ ਕਰ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਵਚਨਾਂ ਦੀ ਬੇਅਦਬੀ, ਲੋਕਾਂ ਦਾ ਗੁੱਸਾ ਦੇਖ ਮੰਗੀ ਮੁਆਫੀ। ਅਨੁਪਮ ਖੇਰ ਦੇ ਟਵੀਟ ਨੂੰ ਅਕਾਲੀ ਦਲ ਨੇ ਦੱਸਿਆ ਗਲਤ। ਨਵਜੋਤ ਸਿੰਘ ਸਿੱਧੂ ਬਾਬਤ ਵੀ ਦਿੱਤਾ ਵੱਡਾ ਬਿਆਨ। ਥਰਮਲ ਪਲਾਂਟ ਦੇ ਨੇੜੇ ਕਿਸਾਨ ਦੀ ਖੁਦਕੁਸ਼ੀ ਨੇ ਲਿਆਂਦਾ ਗੁੱਸੇ ਦਾ ਹੜ੍ਹ। ਕਿਸਾਨ ਹੋਏ ਅੱਗ ਬਬੂਲਾ, ਅਕਾਲੀ ਲੀਡਰ ਨੇ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ। ਥਰਮਲ ਪਲਾਂਟ ਦੇ ਨੇੜੇ ਹੋਈ ਕਿਸਾਨ ਦੀ ਮੌਤ ਬਾਬਤ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ। ਆਰਡੀਨੈਂਸ ਮਾਮਲੇ ਤੇ ਵੀ ਦੱਸਿਆ ਆਪਣਾ ਸਟੈਂਡ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਤੋਂ ਬਾਅਦ ਕੈਪਟਨ ਨੇ ਵਧਾਏ ਬੱਸਾਂ ਦੇ ਕਿਰਾਏ, ਲੋਕਾਂ ਨੇ ਕੀਤਾ ਵਿਰੋਧ। मकान मालक की करतूत कारण 2 मासूम बच्चे होए बेघर, बैठे सड़क किनारे। विजय कुमार नाल मिल इंसाफ लई खोलिया मोर्चा। पुलिस की मौजूदगी विच होया गुंडागर्दी का नंगा नाच, मीडिया के कैमरे अगे भज्जी पुलिस, नहीं दिता गया कोई जवाब। ਹੁਣ ਖਬਰਾਂ ਵਿਸਥਾਰ ਨਾਲ। ਅਦਾਕਾਰ ਅਨੁਪਮ ਖੇਰ ਨੇ ਇੱਕ ਟਵੀਟ ਕਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਵਚਨਾਂ ਦੀ ਵਰਤੋਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾਂ ਲਈ ਕੀਤੀ। ਖੇਰ ਦੇ ਟਵੀਟ ਤੋਂ ਬਾਅਦ ਰਵਨੀਤ ਬਿੱਟੂ ਨੇ ਖੇਰ ਤੇ ਟਵੀਟ ਤੇ ਤਿੱਖਾ ਪ੍ਰਤੀਕਰਮ ਦਿੱਤਾ ਤੇ ਸਿੱਖ ਸੰਗਤ ਨੇ ਵੀ ਖੇਰ ਨੂੰ ਸੋਸ਼ਲ ਮੀਡੀਆ ਤੇ ਘੇਰ ਲਿਆ, ਜਿਸ ਤੋਂ ਬਾਅਦ ਅਨੁਪਮ ਖੇਰ ਨੇ ਟਵੀਟ ਕਰ ਲੋਕਾਂ ਤੋਂ ਮੁਆਫੀ ਮੰਗੀ। अजकल एक्टर, कलाकार ते गायक अपने कारनामिਆਂ ਕਾਰਨ ਕਾਫੀ ਸੁਰਖੀਆਂ ਬਟੋਰ ਰਹੇ ਨੇ। ਹੁਣ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਵਿਵਾਦਾਂ ਨਾਲ ਭਰੇ ਆਪਣੇ ਟਵੀਟ ਨੂੰ ਲੈ ਕੇ ਸੁਰਖੀਆਂ 'ਚ ਨੇ। ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਟਵੀਟ ਕੀਤਾ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਉਹਨਾਂ ਤੇ ਕਈ ਵੱਡੇ ਸਵਾਲ ਖੜੇ ਹੋ ਰਹੇ ਸੀ। ਦਰਅਸਲ ਅਨੁਪਮ ਖੇਰ ਨੇ ਇੱਕ ਟਵੀਟ ਕੀਤਾ ਜਿਸ 'ਚ ਉਹਨਾਂ ਨੇ ਭਾਜਪਾ ਦੇ ਬੁਲਾਰੇ ਸਾਬਿਤ ਪਾਤਰਾ ਲਈ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਦਾ ਗਲਤ ਇਸਤੇਮਾਲ ਕੀਤਾ। ਉਹਨਾਂ ਲਿਖਿਆ 1.25 ਲੱਖ ਸੇ ਇੱਕ ਬਿਠਾ ਦੂੰ। ਇਹ ਟਵੀਟ ਉਹਨਾਂ ਨੇ ਸਾਬਿਤ ਸਵਰਾਜ ਨੂੰ ਟੈਗ ਕੀਤਾ, ਜਿਸ ਤੋਂ ਬਾਅਦ ਜਨਾਬ ਵਿਵਾਦਾਂ 'ਚ ਘਿਰ ਗਏ। ਅਨੁਪਮ ਦੇ ਇਹ ਟਵੀਟ ਕਰਨ ਤੋਂ ਬਾਅਦ ਉਹ ਖੁਦ ਹੀ ਆਪਣੇ ਟਵੀਟ 'ਚ ਉਲਝ ਕੇ ਰਹਿ ਗਏ। ਪੰਜਾਬ ਦੀ ਸਿਆਸਤ ਵੀ ਇਸ ਟਵੀਟ ਨੂੰ ਲੈ ਕੇ ਗਰਮ ਹੋ ਗਈ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਇਸ ਮਾਮਲੇ 'ਚ ਅਨੁਪਮ ਖੇਰ ਨੂੰ ਮਾਫੀ ਮੰਗਣ ਲਈ ਕਿਹਾ। ਰਾਜਾ ਵੜਿੰਗ ਨੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਨਾਲ ਛੇੜਛਾੜ ਕਰਨ ਦਾ ਹੱਕ ਤੁਹਾਨੂੰ ਕਿਸਨੇ ਦਿੱਤਾ? ਇਹ ਕੋਈ ਤੁਹਾਡੀ ਫਿਲਮ ਦਾ ਡਾਇਲੌਗ ਨਹੀਂ ਹੈ। ਜਿਸ ਤੋਂ ਬਾਅਦ ਅਨੁਪਮ ਖੇਰ ਨੇ ਆਪਣੇ ਆਪ ਨੂੰ ਵਿਵਾਦਾਂ 'ਚ ਘਿਰਦੇ ਦੇਖਿਆ ਤਾਂ ਉਹਨਾਂ ਨੇ ਮਾਫੀ ਮੰਗਣਾ ਹੀ ਮੁਨਾਸਿਬ ਸਮਝਿਆ। ਫਿਰ ਉਹਨਾਂ ਨੇ ਆਪਣੇ ਮਾਫੀ ਵਾਲੇ ਟਵੀਟ 'ਚ ਲਿਖਿਆ ਕਿ ਮੈਂ ਆਪਣੇ ਪਿਛਲੇ ਇੱਕ ਟਵੀਟ 'ਚ ਗਲਤ ਲਿਖਿਆ, ਉਸ ਦੇ ਲਈ ਮੈਂ ਮਾਫੀ ਮੰਗਦਾ। ਫਿਰ ਉਹਨਾਂ ਨੇ ਸਹੀ ਕਰਕੇ ਉਹ ਤੁਕਾਂ ਲਿਖੀਆਂ। ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਅਦਾਕਾਰ ਅਨੁਪਮ ਖੇਰ ਦੇ ਟਵੀਟ ਨੂੰ ਗਲਤ ਦੱਸਦਿਆਂ ਕਿਹਾ ਕਿ ਸੋਚ ਸਮਝ ਕੇ ਟਵੀਟ ਕਰਨਾ ਚਾਹੀਦਾ ਸੀ। ਨਾਲ ਹੀ ਚੀਮਾ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਦੇ ਮੁੜ ਕੈਬਨਿਟ ਵਿੱਚ ਜਾਣ ਦੀਆਂ ਚੱਲ ਰਹੀਆਂ ਸੁਰਖੀਆਂ ਬਾਬਤ ਵੀ ਆਪਣਾ ਪ੍ਰਤੀਕਰਮ ਜ਼ਾਹਿਰ ਕੀਤਾ। जो उनका ट्वीट था वो 100% गलत है, और ऐसे ही जब आप बात करते हैं तो ये लोगों की रिलीजियस फ्रीडम खानी, किसी को भी ऐसा कोई काम नहीं करना चाहिए कि किसी की धार्मिक भावना जो है उसको चोट पहुँचे। तो मैं समझता हूँ कि वो ट्वीट उनका गलत था। उन्होंने मानना भी है, अभी दोबारा ट्वीट करके कि माफ़ी भी मांगी है। ये 100% गलत था, और जितने भी ऐसे लोग हैं उनको सोचना चाहिए कुछ लिखने की वजह से कि कितने लोगों के ऊपर ये बातें जो है असर करती हैं। तो अननेसेसरी ये कंट्रोवर्सी थी, अवॉइडेबल थी, लेकिन फिर भी मैं कहता हूँ कि उन्होंने माफ़ी मांगी है तो ये ठीक बात है।
ऐसी बात उनको दोबारा लिखने से गुरेज करें। ठीक है, थैंक अपना मसला है, वो सिद्धू साहब को रखना चाहते हैं, निकालना चाहते हैं, मंत्री बनाना चाहते हैं, इसमें हमें कोई फर्क नहीं पड़ता। सारा दिन यही चर्चाएं चलती रहती है कि वो पार्टी छोड़ के भाग रहे हैं, वो उस पार्टी में जा रहे हैं, वो आप में जा रहे हैं, वो कांग्रेस में जा रहे हैं। तो जनता का तो इन चीज़ों से कोई कंसर्न नहीं है। जो भी वो करना चाहते हैं वो करें, लेकिन कोई पंजाब को उसका फायदा होगा वो तो हम उम्मीद नहीं रखते, क्योंकि पहले जो व्यक्ति एज ए कैबिनेट मिनिस्टर बुरी तरह फेल हो गया। अब कांग्रेस अपनी जो अंदरूनी क्लेश है उसको मिटाने के लिए कुछ करती भी है, तो पंजाब को तो कोई फर्क पड़ने वाला। ਬਠਿੰਡਾ ਦੇ ਸ਼੍ਰੀ ਗੁਰੂ ਨਾਨਕ ਥਰਮਲ ਪਲਾਂਟ ਨਜ਼ਦੀਕ ਭੇਤ ਭਰੇ ਹਾਲਾਤਾਂ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਲਾਸ਼ ਦੇ ਕੋਲੋਂ ਇੱਕ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਅਤੇ ਨਾਲ ਹੀ ਇੱਕ ਬੈਨਰ ਪ੍ਰਾਪਤ ਹੋਇਆ, ਜਿਸ ਤੋਂ ਬਾਅਦ ਜਿੱਥੇ ਇੱਕ ਪਾਸੇ ਭਾਰਤੀ ਕਿਸਾਨ ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ, ਉੱਥੇ ਹੀ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਨੇ ਮੌਤ ਦਾ ਜ਼ਿੰਮੇਵਾਰ ਕੈਪਟਨ ਸਰਕਾਰ ਨੂੰ ਠਹਿਰਾ ਦਿੱਤਾ। ਸ਼੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਇਤਿਹਾਸਕ ਸ਼ਾਨ ਹੈ। ਮੈਂ ਕਰਦਾ ਹਾਂ ਇਸ ਨੂੰ ਵੇਚਣ ਤੋਂ ਰੋਕਣ ਲਈ ਜਿੰਦ ਕੁਰਬਾਨ। ਇਹ ਸੋਚ ਹੈ ਉਸ ਮਹਾਨ ਕਿਸਾਨ ਦੀ ਜਿਸਨੇ ਸਰਕਾਰ ਦੀਆਂ ਜਾਤੀਆਂ ਅਤੇ ਕਿਸਾਨ ਮਾਰੂ ਨੀਤੀਆਂ ਤੋਂ ਤੰਗ ਆ ਕੇ ਬਠਿੰਡਾ ਥਰਮਲ ਪਲਾਂਟ ਨਜ਼ਦੀਕ ਆਤਮ ਹੱਤਿਆ ਕਰ ਲਈ। ਜੀ ਹਾਂ, ਲਾਸ਼ ਭੇਤ ਭਰੇ ਹਾਲਾਤਾਂ 'ਚ ਬਰਾਮਦ ਹੋਈ। ਕਿਸਾਨ ਦੀ ਮੌਤ ਕਿਵੇਂ ਹੋਈ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਦੱਸ ਦਈਏ ਕਿ ਕਿਸਾਨ ਦੀ ਲਾਸ਼ ਨੇੜੇ ਇੱਕ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਤੇ ਨਾਲ ਹੀ ਬੈਨਰ ਮਿਲਿਆ। ਮ੍ਰਿਤਕ ਕਿਸਾਨ ਦੀ ਪਛਾਣ ਜੋਗਿੰਦਰ ਸਿੰਘ ਵਾਸੀ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ, ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਦਾ ਗੁੱਸਾ 7ਵੇਂ ਆਸਮਾਨ ਤੇ ਹੈ। ਇਹ ਜੋ ਜੋਗਿੰਦਰ ਸਿੰਘ ਮਰਿਆ ਜੀ ਤੇ ਚੀਮੇ ਪਿੰਡ ਦਾ ਸੀ ਜੀ, ਇਹ ਤੇ 65 ਸਾਲ ਦੀ 60 ਸਾਲ ਦੀ ਉਮਰ ਸੀ ਜੀ। ਇੱਥੇ ਸੁਬਾਹ ਆਇਆ 7 ਵਜੇ 7:30 ਤੇ ਜੋ ਇੱਥੇ ਮਨਪ੍ਰੀਤ ਤੇ ਕੈਪਟਨ ਨੇ ਜਿਹੜਾ 1700 ਏਕੜ ਜ਼ਮੀਨ ਵੇਚਣ ਦਾ ਫੈਸਲਾ ਕੀਤਾ, ਜਦੋਂ ਉਹਨੂੰ ਪਤਾ ਲੱਗਿਆ ਉਹ 4-5 ਦਿਨ ਹੋ ਗਏ ਚਿੰਤਾ ਸੀਗਾ। ਤੇ ਦੂਜੇ ਜਿਹੜੇ ਵਰਕਰ ਸੀ ਧਰਨਿਆਂ ਤੇ ਜਾਂਦਾ ਹੁੰਦਾ ਸੀ, ਉਹ ਕਹਿੰਦਾ ਹੁੰਦਾ ਸੀ ਜਿਹੜੀ ਅਰਬਾਂ ਖਰਬਾਂ ਦੀ ਜ਼ਮੀਨ ਆ ਇਹ ਕੌਡੀਆਂ ਦੇ ਭਾਅ ਦੇ ਰਹੇ ਆ, ਤੇ ਜਿਹੜਾ ਇਹਦੇ ਤੇ ਕੀ ਮਤਲਬ ਹੱਲ ਹੋ ਸਕਦਾ। ਤੇ ਜਥੇਬੰਦੀ ਦੇ ਵਰਕਰਾਂ ਨੂੰ ਕਹਿੰਦਾ ਹੁੰਦਾ ਸੀ ਇਹਦੀ ਕੁਰਬਾਨੀ ਦੇਣ ਨਾਲ ਇਹ ਜਿਹੜਾ ਥਰਮਲ ਆ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਦਾ ਨਾਂ ਰੱਖਿਆ ਗਾ ਉੱਤੇ, ਤੇ ਬਠਿੰਡੇ ਦੀ ਸ਼ਾਨ ਆ ਜਿਹੜੀ ਇਹ ਕੌਡੀਆਂ ਦੇ ਭਾਅ ਕੰਪਨੀਆਂ ਨੂੰ ਵੇਚ ਰਹੇ ਆ। ਉਹਦੇ ਕਰਕੇ ਇਹ ਜੋ ਤਖਤੀ ਤੇ ਲਿਖਿਆ ਸੀ ਉਹ ਆਂਦਾ ਮੈਂ ਮਤਲਬ ਕੁਰਬਾਨੀ ਇਸ ਕਰਕੇ ਦੇ ਰਿਹਾ ਗਾ। ਮੰਗਦਾ ਜੀ ਸਾਡੀ ਇੱਕ ਜੀ ਨੂੰ ਤਾਂ ਸਰਕਾਰੀ ਨੌਕਰੀ 10 ਲੱਖ ਰੁਪਇਆ, ਉਹਨਾਂ ਦਾ ਸਾਰਾ ਕਰਜ਼ਾ ਮਾਫ ਹੋਣਾ ਚਾਹੀਦਾ, ਤੇ ਜਿਹੜਾ ਇਹ ਥਰਮਲ ਆ ਇਹ ਚਾਲੂ ਰੱਖਣਾ ਚਾਹੀਦਾ। ਕੋਈ ਲੜਾਈ ਝਗੜਾ ਹੋਇਆ ਪਹਿਲਾਂ ਘਰੇ? ਨਹੀਂ, ਕੁਛ ਨਹੀਂ ਜੀ, ਕੁਛ ਨਹੀਂ। ਤੇ ਜਿਹੜਾ ਨਿਰਮਲ ਸਿੰਘ ਦੀ ਮੌਤ ਹੋਈ ਸੀ ਕਥਾਵਾਚਕ ਦੀ, ਕਿਸੇ ਨੇ ਮਤਲਬ ਉਹਦਾ ਸੰਸਕਾਰ ਕਰਨ ਤੋਂ ਰੋਕਤਾ ਸੀ। ਇਹ ਬੰਦਾ ਇੱਕ ਮਰਦ ਬੰਦਾ ਜਿਹਨੇ ਕਾਨ ਸਿੰਘ ਪੰਨੂ ਨੂੰ ਕਿਹਾ ਸੀ ਮਤਲਬ ਜੇ ਕੋਈ ਪਰਿਵਾਰ ਲਾਸ਼ ਨਹੀਂ ਲੈਂਦਾ ਕਰੋਨਾ ਦੇ ਕਰਕੇ ਤੇ ਮੈਂ ਉਹਦਾ ਸੰਸਕਾਰ ਕਰੂੰਗਾ। ਕਿਸਾਨ ਦੇ ਆਤਮ ਹੱਤਿਆ ਕਰਨ ਤੋਂ ਬਾਅਦ ਸਿਆਸਤ ਕਾਫੀ ਪੱਕ ਚੁੱਕੀ ਹੈ। ਇਸ ਮਾਮਲੇ ਤੇ ਅਕਾਲੀ ਦਲ ਦੇ ਲੀਡਰ ਸਿਕੰਦਰ ਸਿੰਘ ਮਲੂਕਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਕਾਂਗਰਸ ਨੂੰ ਕਿਸਾਨ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਅਤੇ ਮਨਪ੍ਰੀਤ ਬਾਦਲ ਨੂੰ ਸ਼ਬਦੀ ਚਪੇੜਾਂ ਮਾਰੀਆਂ। ਅੱਜ ਸਰਦਾਰ ਜਸਵਿੰਦਰ ਸਿੰਘ ਜੀ ਭੋਲਾ ਜੋ ਚੀਮਾ ਮੰਡੀ ਤੋਂ ਚੱਲ ਕੇ ਸਵੇਰ 6 ਵਜੇ 8 ਵਜੇ ਥਰਮਲ ਪਲਾਂਟ ਬਠਿੰਡਾ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਥਰਮਲ ਪਲਾਂਟ ਬਠਿੰਡਾ ਦੇ ਗੇਟ ਦੇ ਉੱਤੇ ਪਹੁੰਚਿਆ ਸੀ। 2 ਘੰਟਿਆਂ ਬਾਅਦ ਉਹਦੀ ਉੱਥੇ ਮੌਤ ਹੋ ਗਈ ਹੈ। ਕਿਸ ਕਾਰਨ ਨਾਲ ਹੋਈ ਹੈ, ਕਿਵੇਂ ਹੋਈ ਹੈ, ਉਹ ਹਲੇ ਆਉਣ ਵਾਲਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਪਰ ਉਹ ਮੈਂ ਸਮਝਦਾ, ਮੈਂ ਉਹਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ, ਨਮਨ ਕਰਦਾ ਕਿ ਬਹੁਤ ਵੱਡੀ ਕੁਰਬਾਨੀ ਹੈ। ਇਹਦੀ ਜਿਹੜੇ ਦੋਸ਼ੀ ਆ ਉਹ ਕਾਂਗਰਸ ਪਾਰਟੀ ਆ ਸਾਰੀ। ਇਸ ਗੱਲ ਦੀ ਜਿਹੜੀ ਗੱਲ ਅਸੀਂ ਪਹਿਲਾਂ ਕਹਿੰਦੇ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ ਤੇ ਥਰਮਲ ਬਣਿਆ, ਬਠਿੰਡੇ ਦੇ ਪੰਜਾਬ ਦੇ ਵਿੱਚ ਪਹਿਲਾ ਥਰਮਲ ਸੀ। ਬਠਿੰਡੇ ਦੀ ਇਹ ਇੱਕ ਕਿਸਮ ਦੀ ਤਰੱਕੀ ਦੀ ਰੇਖਾ ਸੀ। ਇਹਨੂੰ ਫੰਦ ਕਰਤਾ। ਸਰਕਾਰ ਨੇ ਵੋਟਾਂ ਤੋਂ ਪਹਿਲਾਂ ਬੜੇ ਵੱਡੇ ਵਾਅਦੇ ਕੀਤੇ ਸਨ। ਇੱਥੋਂ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੀ ਨੇ ਬੜੇ ਵੱਡੇ ਵਾਅਦੇ ਕੀਤੇ ਸਨ ਕਿ ਜਦੋਂ ਸਾਡੀ ਸਰਕਾਰ ਆ ਗਈ ਇਹ ਥਰਮਲ ਪਲਾਂਟ ਚੱਲੇ ਗਏ, ਇਹਦੀਆਂ ਚਿਮਨੀਆਂ 'ਚੋਂ ਧੂੰਆਂ ਨਿਕਲੇਗਾ। ਲੋਕਾਂ ਨੂੰ ਆਸ ਜਾਗੀ ਸੀ ਸ਼ਾਇਦ ਇਹ ਸਰਕਾਰ ਆ ਕੇ ਚਲਾਏਗੀ ਥਰਮਲ ਪਲਾਂਟ ਨੂੰ। ਪਰ ਜਦੋਂ ਸਰਕਾਰ ਬਣ ਗਈ ਉਦੋਂ ਬਾਅਦ ਨਾਲ ਦੀ ਨਾਲ ਹੀ ਆਪਣਾ ਪੈਂਤਰਾ ਬਦਲ ਲਿਆ। ਉਦੋਂ ਪੈਸੇ ਵੱਟ ਕੇ ਵੇਚ ਕੇ ਪੈਸੇ ਵੱਟਣ ਦੀ ਸਕੀਮ ਬਣਾ ਲਈ, ਕੌਡੀਆਂ ਦੇ ਭਾਅ ਠੱਗੀ ਮਾਰਨ ਦੀ ਸਕੀਮ ਬਣ ਗਈ ਤੇ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ, ਜਿਹਦੇ ਨਾਲ ਬਹੁਤ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ ਤੇ ਪਹਿਲਾ ਥਰਮਲ ਪਲਾਂਟ ਸੀ, ਉਹਨਾਂ ਦੇ 500 ਸਾਲਾਂ ਦੇ ਉੱਤੇ ਬਣਾਇਆ ਗਿਆ ਸੀ ਤੇ ਚੱਲਣ ਦੇ ਕਾਬਲ ਸੀ। ਪਿੱਛੇ ਜੀ 750-800 ਕਰੋੜ ਰੁਪਇਆ ਇਹਨੂੰ ਰੈਨੋਵੇਟ ਦੇ ਉੱਤੇ ਲੱਗਿਆ ਸੀ। ਤੇ ਜਦੋਂ ਇਹੋ ਜਿਹੀ ਸਥਿਤੀ ਪੈਦਾ ਹੋਈ
ਬਹੁਤ ਲੋਕਾਂ ਨੇ ਦੁੱਖ ਮਨਾਇਆ, ਬੜੇ ਧਰਨੇ ਮੁਜ਼ਾਹਰੇ ਉਦੋਂ ਤੋਂ ਹੀ ਜਾਰੀ ਹੈ ਇਹ ਸਾਰੇ ਪੰਜਾਬ ਦੇ ਵਿੱਚ। ਸਾਰੇ ਹੀ ਆਪਣੀ ਬਿੱਦ ਦੇ ਮੁਤਾਬਕ ਜੋ ਹੈ ਉਹ ਸਾਰੇ ਕਰ ਰਹੇ ਨੇ। ਸੋ ਬੜੀ ਵੱਡੀ ਗੱਲ ਹੈ ਕਿ ਝੂਠ ਬੋਲ ਕੇ ਵੋਟਾਂ ਲੈ ਕੇ ਗਵਰਨਮੈਂਟ ਨੇ ਇਹ ਬਹੁਤ ਵੱਡੀ ਇੱਕ ਕਿਸਮ ਦੀ ਲੋਕਾਂ ਨਾਲ ਧੋਖਾ ਕੀਤਾ ਸੀ, ਜਿਹਦਾ ਰਿਜ਼ਲਟ ਅੱਜ ਸਾਹਮਣੇ ਆ ਗਿਆ ਕਿ ਲੋਕਾਂ ਦੀਆਂ ਭਾਵਨਾ ਇਸ ਚੀਜ਼ ਨਾਲ ਇੰਨੀਆਂ ਜੁੜੀਆਂ ਹੋਈਆਂ ਕਿ ਇੱਕ ਕਿਸਾਨ ਨੂੰ ਇੰਨੀ ਦੂਰੋਂ ਆ ਕੇ ਆਪਣੀ ਖੁਦਕੁਸ਼ੀ ਕਰਨੀ ਪਈ ਜਾਂ ਆਪਣੀ ਕੁਰਬਾਨੀ ਦੇਣੀ ਪਈ, ਬਲੀ ਦੇਣੀ ਪਈ, ਉਹਨੇ ਆ ਕੇ ਇੱਥੇ ਦਿੱਤੀ ਹੈ। ਸੋ ਮੈਂ ਮਹਿਸੂਸ ਕਰਦਾ ਕਿ ਇਹਦੀ ਦੋਸ਼ੀ ਕਾਂਗਰਸ ਹੈ, ਇਹ ਸਾਰੇ ਕੰਮ ਦੀ ਦੋਸ਼ੀ ਕਾਂਗਰਸ ਹੈ। ਕਾਂਗਰਸ ਕਰਕੇ ਸਾਰਾ ਕੁਝ ਹੋਇਆ। ਹਲੇ ਵੀ ਕਾਂਗਰਸ ਪਾਰਟੀ ਨੂੰ ਸਮਝਣਾ ਚਾਹੀਦਾ ਕਿ ਕਿੰਨੇ ਲੋਕਾਂ ਦੀਆਂ ਇਹਦੇ ਨਾਲ ਭਾਵਨਾ ਜੁੜੀਆਂ ਹੋਈਆਂ ਨੇ, ਤੇ ਇਹਨੂੰ ਜਿਹੜਾ ਹੈਗਾ ਬੰਦ ਕਰਨ ਦਾ ਫੈਸਲਾ ਨਹੀਂ ਕਰਨਾ ਚਾਹੀਦਾ, ਇਹਨੂੰ ਵੇਚਣ ਦਾ ਫੈਸਲਾ ਵਾਪਸ ਲੈ ਲੈਣਾ ਚਾਹੀਦਾ। ਨਹੀਂ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਇਸ ਦੀ ਖਾਤਰ ਇਹ ਕੁਰਬਾਨੀ ਨੂੰ ਜਾਈ ਨਹੀਂ ਜਾਣ ਦੇਗਾ। ਜੋ ਇਹਦੀ ਖਾਤਰ ਲੜਾਈ ਲੜਨੀ ਪਈ, ਜੋ ਕੁਰਬਾਨੀ ਕਰਨੀ ਪਈ, ਅਸੀਂ ਮੂਹਰਲੀਆਂ ਕਤਾਰਾਂ 'ਚ ਹੋ ਕੇ ਕਰਨ ਤੋਂ ਕਦੇ ਪਿੱਛੇ ਨਹੀਂ ਹਟਾਂਗੇ। ਇਹ ਸਾਰੇ ਕੰਮ ਦੀ ਜਿਹੜੀ ਕਾਂਗਰਸ ਸਰਕਾਰ ਦੋਸ਼ੀ ਹੈ, ਕਿਉਂਕਿ ਇਹਨਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ। ਉਧਰ ਪੁਲਿਸ ਦਾ ਇਸ ਮਾਮਲੇ ਤੇ ਕੀ ਕਹਿਣਾ ਹੈ, ਆਓ ਦੇਖਦੇ ਹਾਂ। ਪਤਾ ਲੱਗਿਆ ਸਾਨੂੰ ਵੀ ਕੋਈ ਬਜ਼ੁਰਗ ਜਿਹੜਾ ਥਰਮਲ ਦੇ ਗੇਟ ਤੇ ਡਿੱਗਿਆ ਪਿਆ ਜੀ। ਅਸੀਂ ਜਾ ਕੇ ਦੇਖਿਆ, ਉਧਰੋਂ ਸਾਰਾ ਵਾਲੀ ਗੱਡੀ ਆ ਗਈ, ਸਾਰਾ ਵਾਲੇ ਤੋਂ ਸਿਵਲ ਹਸਪਤਾਲ ਲੈ ਗਏ। ਅੱਗੇ ਤੋਂ ਕੀ ਜਾ ਰਹੀ ਹੈ, ਕਿੱਥੋਂ ਦਾ ਰਹਿਣ ਵਾਲਾ, ਕੌਣ ਆ ਬੰਦਾ, ਕੀ ਨਾਮ ਹੈ? ਇਹ ਆਧਾਰ ਕਾਰਡ ਤੋਂ ਪਤਾ ਲੱਗਿਆ ਜੀ, ਸੰਗਰੂਰ ਏਰੀਏ ਦਾ ਰਹਿਣ ਵਾਲਾ ਹੈ। ਕੀ ਨਾਮ ਦੱਸਿਆ? ਇਹਦਾ ਨਾਮ ਜੋਗਿੰਦਰ ਸਿੰਘ ਜੀ। ਕੋਈ ਝੰਡਾ ਵੀ ਮਿਲਿਆ ਇਹਦੇ ਕੋਲ, ਕਿਸਾਨ ਯੂਨੀਅਨ ਦਾ ਕਿਉਂ? ਹਜੇ ਕੋਈ ਨਹੀਂ ਅਜੇ ਕੁਝ ਵਿੱਚ ਤੇ ਮਤਲਬ ਇਹ ਚੀਜ਼ ਸਾਨੂੰ ਮਿਲਿਆ ਇੱਕ ਆਧਾਰ ਕਾਰਡ ਦਾ ਨਾਮ ਪਤਾ ਲੱਗਿਆ ਜੋਗਿੰਦਰ ਸਿੰਘ ਆ, ਸੰਗਰੂਰ ਏਰੀਏ ਦਾ ਰਹਿਣ ਵਾਲਾ। ਅੱਗੇ ਤੋਂ ਕੀ ਹੈ। ਬਠਿੰਡਾ ਪਹੁੰਚੀ ਹਰਸਿਮਰਤ ਕੌਰ ਬਾਦਲ ਨੇ ਥਰਮਲ ਪਲਾਂਟ ਦੇ ਨੇੜੇ ਕਿਸਾਨ ਵੱਲੋਂ ਕੀਤੀ ਗਈ ਆਤਮ ਹੱਤਿਆ ਮਾਮਲੇ ਨੂੰ ਲੈ ਕੇ ਮਨਪ੍ਰੀਤ ਸਿੰਘ ਬਾਦਲ ਅਤੇ ਕੈਪਟਨ ਸਰਕਾਰ ਤੇ ਤਿੱਖੇ ਵਾਰ ਕੀਤੇ। ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਦੇ ਆਰਡੀਨੈਂਸ ਮਾਮਲੇ ਬਾਬਤ ਗੱਲ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਦੀਆਂ ਤਾਰੀਫਾਂ ਦੇ ਪੁੱਲ ਬੰਨੇ ਅਤੇ ਆਰਡੀਨੈਂਸ ਤੇ ਆਪਣਾ ਸਟੈਂਡ ਕਲੀਅਰ ਕੀਤਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਪਹੁੰਚੀ, ਜਿੱਥੇ ਉਹਨਾਂ ਨੇ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੀਤੇ ਕੱਲ ਥਰਮਲ ਪਲਾਂਟ ਨੇੜੇ ਕਿਸਾਨ ਵੱਲੋਂ ਕੀਤੀ ਆਤਮ ਹੱਤਿਆ ਮਾਮਲੇ ਨੂੰ ਲੈ ਕੇ ਆਪਣੇ ਦਿਓਰ ਮਨਪ੍ਰੀਤ ਬਾਦਲ ਅਤੇ ਉਹਨਾਂ ਦੀ ਸਰਕਾਰ ਤੇ ਖੂਬ ਲਾਲ ਪੀੜੀ ਹੋਈ। ਦੇਖੋ ਕਿੰਨੀ ਦੁੱਖ ਦੀ ਗੱਲ ਹੈਗੀ। ਮੈਂ ਤਾਂ ਆਪ ਮੈਨੂੰ ਲੱਗਦਾ ਹੈ ਪੰਜਾਬ 'ਚ ਜਾਂ ਬਠਿੰਡੇ 'ਚ ਸ਼ਾਇਦ ਹੀ ਕੋਈ ਬੰਦਾ ਹੋਊਗਾ ਜਿਨ੍ਹਾਂ ਨੇ ਉਹ ਫੋਟੋ ਦੇਖ ਕੇ ਜਾਂ ਉਸ ਬੰਦੇ ਦੇ ਲਿਖੇ ਹੋਏ ਸ਼ਬਦਾਂ ਨੂੰ ਦੇਖ ਕੇ ਤੁਹਾਡੇ ਦਿਲ 'ਚ ਬਹੁਤ ਵੱਡਾ ਅਸਰ ਨਹੀਂ ਪਿਆ ਹੋਗਾ। ਇਹ ਥਰਮਲ ਸਿਰਫ ਬਠਿੰਡੇ ਦੀ ਸ਼ਾਨ ਨਹੀਂ, ਲੇਕਿਨ ਜੇ ਕੋਈ ਸੁਨਾਮ ਤੋਂ ਆ ਕੇ ਬੰਦਾ ਇਹਦੇ ਵਾਸਤੇ ਆਪਣੀ ਜਾਨ ਕੁਰਬਾਨ ਕਰਨ ਵਾਸਤੇ ਤਿਆਰ ਹੈ, ਇੱਕ ਸਿੱਖ ਹੋਣ ਦੇ ਨਾਤੇ ਆਪਾਂ ਨੂੰ ਚਾਹੀਦਾ ਕਿ ਆਪਣੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਜਿਹੜੀ ਚੀਜ਼ ਹੋਏ ਉਹਦੇ ਵਿੱਚ ਬਰਕਤਾਂ ਹੁੰਦੀਆਂ ਰਹਿਣ। ਤੇ ਇਹ ਸਰਕਾਰ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ 'ਚ ਹਮਲੇ ਕੀਤੇ ਨੇ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ, ਹੁਣ ਗੁਰੂ ਨਾਨਕ ਸਾਹਿਬ ਦੇ 500 ਸਾਲਾਂ 'ਚ ਜਿਹੜਾ ਥਰਮਲ ਨਾਂ ਰੱਖਿਆ ਗਿਆ, ਹੁਣ ਉਸ ਥਰਮਲ ਨੂੰ ਢਹਿ ਢੇਰੀ ਕਰਕੇ ਅੱਜ ਉਹਨਾਂ ਦੀ ਜ਼ਮੀਨਾਂ ਨੂੰ ਖਾਣ ਪੀਣ ਵਾਸਤੇ ਮੈਂ ਕਹਿੰਦੀ ਹਾਂ ਕਿ ਜਿਹੜੇ ਇੱਥੇ ਦੇ ਮੰਤਰੀ ਨੇ ਕਿਹਾ ਸੀ ਕਿ 60 ਮਹੀਨਿਆਂ 'ਚ ਮੈਂ 60 ਇੰਡਸਟਰੀ ਪੰਜਾਬ 'ਚ ਲੈ ਕੇ ਆਵਾਂਗਾ। ਬਠਿੰਡੇ 'ਚ ਤਾਂ ਕਿਹੜੀ ਕਾਰਾਂ ਦੀ, ਸਕੂਟਰਾਂ ਦੀ ਕਿਹੜੀਆਂ ਫੈਕਟਰੀ ਨਹੀਂ ਕਹੀਆਂ ਸੀਗੀਆਂ। ਅੱਜ 3.5 ਸਾਲ ਦੇ 4 ਸਾਲ ਹੋਣ ਤੋਂ ਆਏ ਨੇ। ਇੱਕ ਚੀਜ਼ ਦੱਸਦੇ, ਬਠਿੰਡਾ ਛੱਡੋ ਪੂਰੇ ਪੰਜਾਬ 'ਚ ਜੇ ਲੈ ਕੇ ਆਏ ਨੇ। ਲਾਣਾ ਤਾਂ ਕੀ ਸੀ, ਜਿਹੜਾ ਚੰਗਾ ਭਲਾ ਚੱਲਦਾ ਸੀ ਉਹਨੂੰ ਵੀ ਬੰਦ ਕਰਤਾ। ਹੁਣ ਉਹਦੀ ਜ਼ਮੀਨ ਵੇਚ ਕੇ ਜੇ ਤੁਸੀਂ ਕੋਈ ਇੰਡਸਟਰੀ ਲੈ ਕੇ ਆਣੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ, ਤਾਂ ਫੋਕਲ ਪੁਆਇੰਟ ਦੀ ਵਾਧੂ ਜ਼ਮੀਨ ਪਈ ਹੈ, ਬਥੇਰੀ ਜ਼ਮੀਨਾਂ ਪਈਆਂ ਨੇ। ਇਹ ਸਿਰਫ ਲੁੱਟਣ ਦਾ ਜਿਹੜੀ ਇਹਨਾਂ ਦੀ ਨੀਅਤ ਹੈਗੀ। ਅੱਜ ਵੱਡੇ ਵੱਡੇ ਘਪਲੇ, ਭਾਵੇਂ ਬੀਜਾਂ ਦੇ ਘਪਲੇ ਹੋਣ, ਸ਼ਰਾਬ ਦੇ ਘਪਲੇ ਹੋਣ, ਸੈਂਡ ਮਾਫੀਆ ਹੋਏ, ਲੈਂਡ ਮਾਫੀਆ ਹੋਏ, ਬਜਰੀ ਮਾਫੀਆ ਹੋਏ, ਬਿਜਲੀ ਦੇ ਘੁਟਾਲੇ, ਜਿਹੜੇ ਜਿੰਨੇ ਇਹਨਾਂ ਦੇ ਘੁਟਾਲੇ ਹੈਗੇ, ਕੋਈ ਘੁਟਾਲਾ ਇਹਨਾਂ ਨੇ ਛੱਡਿਆ ਨਹੀਂ ਹੈਗਾ। ਤੇ ਇਹ ਕੱਲੇ ਇਸ ਥਰਮਲ ਦੀ ਜ਼ਮੀਨ ਨੂੰ ਵੇਚ ਕੇ ਅੱਜ ਜਿਹੜੇ ਗਰੀਬ ਦਾ ਦਿੱਲੀੋਂ ਭੇਜੇ ਹੋਏ ਰਾਸ਼ਨ ਨੂੰ ਖੁਰਦ-ਮੁਰਦ ਕਰਕੇ ਖਾ ਸਕਦੇ ਨੇ, ਫਿਰ ਇਹ ਥਰਮਲ ਦੀ ਜ਼ਮੀਨ ਇਹਨਾਂ ਨੇ ਕਿੱਥੇ ਛੱਡਣੀ। ਜਦੋਂ ਬੀਬਾ ਬਾਦਲ ਤੋਂ ਕੇਂਦਰ ਸਰਕਾਰ ਦੇ ਵੱਲੋਂ ਕਿਸਾਨ ਮਾਰੂ ਆਰਡੀਨੈਂਸ ਬਾਰੇ ਪੁੱਛਿਆ ਗਿਆ ਤਾਂ ਬੀਬਾ ਬਾਦਲ ਨੇ ਆਪਣੇ ਸਹੁਰੇ ਦੀਆਂ ਤਾਰੀਫਾਂ ਦੇ ਪੁੱਲ ਬੰਨੇ ਅਤੇ ਆਰਡੀਨੈਂਸ ਤੇ ਆਪਣਾ ਸਟੈਂਡ ਵੀ ਕਲੀਅਰ ਕੀਤਾ। ਸ਼ਾਇਦ ਇਹਨਾਂ ਦੀ ਸਮਝ ਵਿੱਚ ਕੋਈ ਘਾਟ ਕਮੀ ਹੋਊਗੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਸ ਸਰਕਾਰ ਦਿੱਲੀ ਵਿੱਚ ਸਰਕਾਰ ਹੋਣ ਦੇ ਨੁਮਾਇੰਦੇ ਦੇ ਅਕਤੇ ਮੈਂ ਆਪ, ਸਾਡੇ ਪ੍ਰਧਾਨ ਮੰਤਰੀ ਨੇ, ਕੇਂਦਰ ਦੇ ਖੇਤੀਬਾੜੀ ਮੰਤਰੀ ਨੇ, ਗਡਕਰੀ ਸਾਹਿਬ ਨੇ, ਇੱਕ ਮੰਤਰੀ ਨੇ, ਪ੍ਰਧਾਨ ਮੰਤਰੀ ਤੋਂ ਲੈ ਕੇ ਸਾਡੇ ਪ੍ਰਧਾਨ ਨੇ ਬਿਲਕੁਲ ਸਾਫ਼ ਕਰਤਾ ਹੈ। ਲੇਕਿਨ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਕਿ ਅੱਜ ਗਰੀਬਾਂ ਦੇ ਉੱਤੇ ਕਿਵੇਂ ਇਸ ਕਾਂਗਰਸ ਸਰਕਾਰ ਨੇ ਕਰਪਸ਼ਨ ਦੀ ਸਾਰੀ ਹੱਦਾਂ ਪਾਰ ਕਰਕੇ ਹਰ ਤਰ੍ਹਾਂ ਦੀ ਲੁੱਟ ਖਸੁੱਟ ਹੋ ਰਹੀ ਹੈ, ਡਿਵੈਲਪਮੈਂਟ ਬਿਲਕੁਲ ਜ਼ੀਰੋ ਹੈ, ਲੋਕਾਂ ਦੇ ਹਾਲਾਤ, ਲੋਕਾਂ ਦੀ ਹਾਹਾਕਾਰ ਨਿਕਲੀ ਹੋਈ ਹੈ, ਕਿਉਂਕਿ ਕੋਵਿਡ ਕਰਕੇ ਸਾਰਿਆਂ ਦਾ ਕੰਮ ਧੰਦਾ ਠੱਪ ਹੋਇਆ ਪਿਆ ਹੈਗਾ।
ਲੋਕਾਂ ਦੀ ਮਦਦ ਕਰਨ ਤੋਂ ਬਜਾਏ ਇਹ ਇਸ ਮੌਕੇ 'ਚ ਵੀ ਲੁੱਟ ਖਸੁੱਟ ਜਦ ਕਰਨ 'ਚ ਲੱਗੇ ਹੋਏ ਨੇ, ਤਾਂ ਹੁਣ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਜਿਹੜੀ ਚੀਜ਼ਾਂ ਦਿੱਲੀ ਦੀ ਆਰਡੀਨੈਂਸ ਵਿੱਚ ਲਿਖੀਆਂ ਹੋਈਆਂ ਨੇ, ਉਹ ਇੱਕ ਚੀਜ਼ ਕੈਪਟਨ ਸਾਹਿਬ ਨੇ 2017 'ਚ ਪੰਜਾਬ 'ਚ ਲਾਗੂ ਕਰ ਦਿੱਤੀਆਂ ਸੀਗੀਆਂ, ਤੇ ਜਦ ਕੈਪਟਨ ਸਾਹਿਬ ਨੇ ਲਾਗੂ ਕੀਤੀਆਂ ਤਾਂ ਬਿਲਕੁਲ ਸਹੀ ਸੀਗਾ। ਜਦ ਕੈਪਟਨ ਸਾਹਿਬ ਦੀ ਲਾਗੂ ਕੀਤੀ ਹੋਈ ਸਟੇਟ ਐਕਟ ਨੂੰ ਜਦ ਕੇਂਦਰ ਨੇ ਲਾਗੂ ਕੀਤਾ, ਤੇ ਅੱਜ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਆ ਸਾਰੀ ਕੁਝ ਕੀਤੇ ਜਾ ਰਹੇ ਨੇ। ਸੋ ਸਾਡਾ ਸਟੈਂਡ ਬਿਲਕੁਲ ਸਪਸ਼ਟ ਹੈਗਾ। ਜਦੋਂ ਤਾਈਂ ਸ਼੍ਰੋਮਣੀ ਅਕਾਲੀ ਦਲ ਹੈਗੀ, ਸਾਡਾ ਸਾਰਾ ਕੁਝ ਪੰਜਾਬ ਦੇ ਲੋਕਾਂ ਦੇ ਨਾਲ ਜੁੜਿਆ। ਸਾਡੀ ਹਾਈ ਕਮਾਂਡ ਪੰਜਾਬ ਤੋਂ ਬਾਹਰ ਨਹੀਂ, ਇਹਨਾਂ ਦੇ ਵਰਗੇ ਬੈਠੀ ਹੋਈ ਹੈ। MSP ਲਾਉਣ ਵਾਸਤੇ ਬਾਦਲ ਸਾਹਿਬ ਨੇ ਲੜਾਈ ਲੜੀ। ਬਾਦਲ ਸਾਹਿਬ ਜਿਹੜੇ ਕਿਸਾਨ ਦੇ ਮਸੀਹਾ ਕਹੇ ਜਾਂਦੇ, ਜਿਨ੍ਹਾਂ ਨੇ ਮੋਟਰਾਂ ਦੇ ਬਿੱਲ ਮਾਫ ਕੀਤੇ, ਟਿਊਬਵੈਲਾਂ ਦੇ ਕਨੈਕਸ਼ਨ ਦਿੱਤੇ, ਫੋਕਲ ਪੁਆਇੰਟ ਬਣਾਈਆਂ, ਮੰਡੀਆਂ ਬਣਾਈਆਂ, ਉਹਨਾਂ ਦੇ ਟਰੈਕਟਰ ਨੂੰ ਗੱਡੇ ਦਾ ਦਰਜਾ ਦੇ ਕੇ ਟੈਕਸ ਖਤਮ ਕੀਤੇ। ਜੇ ਇਹੋ ਜਿਹੇ ਬਾਦਲ ਸਾਹਿਬ ਜਿਨ੍ਹਾਂ ਨੇ 18 ਸਾਲ ਕੈਦਾਂ ਕੱਟੀਆਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਵਾਸਤੇ, ਅੱਜ ਆਪਣੀ ਸਰਕਾਰ ਤਾਂ ਕੀ, ਜੇ ਕਾਂਗਰਸ ਜਾਂ ਕੋਈ ਹੋਰ ਸਰਕਾਰ ਹੁੰਦੀ, ਅਸੀਂ ਉਹਨਾਂ ਨੂੰ ਵੀ MSP ਖਤਮ ਨਹੀਂ ਕਰਨ ਦਿੰਦੇ। ਕਰੋਨਾ ਕਾਰਨ ਲੋਕਾਂ ਦੇ ਕੰਮਕਾਜ ਠੱਪ ਨੇ, ਤਾਂ ਹਰ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਆਸਮਾਨ ਛੂ ਰਹੀਆਂ ਨੇ। ਹੁਣ ਕੈਪਟਨ ਨੇ ਲੋਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਬੱਸਾਂ ਦੇ ਕਿਰਾਏ ਵਿੱਚ ਵੀ ਵਾਧਾ ਕੀਤਾ ਹੈ, ਜਿਸ ਨਾਲ ਬੱਸਾਂ ਦਾ ਕਿਰਾਇਆ ₹1.22 ਫੀ ਕਿਲੋਮੀਟਰ ਤੱਕ ਪਹੁੰਚ ਗਿਆ। ਜਿੱਥੇ ਆਮ ਲੋਕਾਂ ਨੇ ਕੈਪਟਨ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ, ਉੱਥੇ ਹੀ ਪ੍ਰਾਈਵੇਟ ਬੱਸਾਂ ਵਾਲੇ ਵੀ ਕਿਰਾਏ ਦੇ ਵਾਧੇ ਨੂੰ ਸਿਰਫ ਮਾਮੂਲੀ ਜਿਹਾ ਵਾਧਾ ਦੱਸ ਰਹੇ ਨੇ। ਜੇ ਕਿਹਾ ਜਾਵੇ ਕਿ ਸਰਕਾਰਾਂ ਲੋਕਾਂ ਦਾ ਖੂਨ ਚੂਸਣ ਦਾ ਕੋਈ ਵੀ ਮੌਕਾ ਖਾਲੀ ਨਹੀਂ ਜਾਣ ਦਿੰਦੀਆਂ, ਤਾਂ ਸ਼ਾਇਦ ਸਭ ਇਸ ਗੱਲ ਨਾਲ ਸਹਿਮਤ ਹੋਣਗੇ, ਕਿਉਂਕਿ ਇੱਕ ਤਾਂ ਪਹਿਲਾਂ ਹੀ ਕਰੋਨਾ ਮਹਾਮਾਰੀ ਦੇ ਕਾਰਨ ਲੋਕਾਂ ਦੇ ਕੰਮਕਾਜ ਠੱਪ ਪਏ ਨੇ, ਉੱਤੋਂ ਹਰ ਦਿਨ ਵੱਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ। ਪਰ ਹੁਣ ਕੈਪਟਨ ਸਾਹਿਬ ਨੇ ਲੋਕਾਂ ਤੇ ਇੱਕ ਹੋਰ ਬੋਝ ਪਾ ਦਿੱਤਾ। ਜੀ ਹਾਂ, ਪੰਜਾਬ ਸਰਕਾਰ ਵੱਲੋਂ ਜਿੱਥੇ ਬੱਸਾਂ 'ਚ ਪੂਰੀਆਂ ਸਵਾਰੀਆਂ ਬਿਠਾਉਣ ਦੀ ਛੂਟ ਦਿੱਤੀ ਗਈ, ਉੱਥੇ ਹੀ ਬੱਸਾਂ ਦੇ ਕਿਰਾਏ ਵੀ ਵਧਾ ਦਿੱਤੇ ਗਏ ਨੇ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਏ ਵਿੱਚ 6 ਪੈਸੇ ਦਾ ਵਾਧਾ ਕੀਤਾ, ਜਿਸ ਨਾਲ ਆਮ ਬੱਸ ਦਾ ਕਿਰਾਇਆ ₹1.22 ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲਿਆ ਜਾਵੇਗਾ, ਜਿਸ ਤੋਂ ਬਾਅਦ ਲੋਕਾਂ 'ਚ ਰੋਸ ਪਾਇਆ ਜਾ ਰਿਹਾ। ਜਦੋਂ ਸਾਡੀ ਟੀਮ ਵੱਲੋਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਬੱਸ ਸਟੈਂਡ ਵਿੱਚ ਲੋਕਾਂ ਨਾਲ ਗੱਲ ਕੀਤੀ ਗਈ, ਤਾਂ ਲੋਕਾਂ ਨੇ ਕੈਪਟਨ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਔਖਾ ਤਾਂ ਜੀ ਬਾਹਲਾ ਹੀ ਹੋ ਗਿਆ। ਅੱਛਾ, ਪੂਰੀ ਹੋ ਗਿਆ, ਮਹਿੰਗਾਈ ਆ, ਕੀ ਵਾਲੀ ਆ। ਹਾਂ, ਹੁਣ ਫਿਰ ਉਹ ਹੋਰ ਵਧਾਤਾ। ਕਰੋਨਾ ਕਰਕੇ ਕਿੰਨਾ ਕੁ ਮਹਿੰਗਾਈ ਦੀ ਮਾਰ ਥੱਲੇ ਸੀ ਤੁਸੀਂ, ਕਿੰਨਾ ਮੁਸ਼ਕਲ ਸੀ? ਪੂਰੇ ਉਦੋਂ ਤਾਂ ਹੁਣ ਤਾਂ ਉੱਥੇ ਬਾਹਲਾ ਮੁਸ਼ਕਲ ਹੋ ਗਿਆ ਜੀ। ਹਾਂ, ਨਾਲੇ ਉੱਧਰ ਮਾਰੀ ਜਾਂਦੇ ਨੇ, ਇੱਧਰ ਦੂਜੇ ਪਾਸੇ ਕਿਨੇ ਭਾਵਾਂ ਕਿਨੇ ਮਾਰੇ ਨੇ, ਸਾਰੇ ਕਰਿਆ, ਤੇਲ ਵਧਾਤਾ। ਹਾਂ, ਸਾਰਾ ਕੁਝ। ਨਹੀਂ ਜੀ, ਅਸੀਂ ਤਾਂ ਕਹਿੰਦੇ ਵੀ ਕੋਈ ਕਿਰਾਇਆ ਨਹੀਂ ਵਧਾਉਣਾ ਚਾਹੀਦਾ ਜੀ। ਹਾਂ, ਬਾਕੀ ਤੇਲ ਮਹਿੰਗੇ ਕਰਤੇ ਫਿਰ ਜਨਤਾ ਸਾਡੀ ਕੋਈ ਭਾਅ ਨਹੀਂ ਦਿੰਦੇ। ਹਾਂ, ਇਸ ਕਰਕੇ ਅਸੀਂ ਇਹੀ ਗੱਲ ਕਹਿੰਦੇ ਹਾਂ ਜੀ। ਕਿੰਨਾ ਕੁ ਔਖਾ ਹੋ ਗਿਆ ਹੁਣ ਤੁਹਾਨੂੰ, ਤੇਲ ਕਿਰਾਇਆ ਵਧਾਤਾ, ਪਹਿਲੇ ਕਰੋਨਾ ਕਰਕੇ ਮੰਦੀ ਹੈਗੀ ਸੀਗੀ। ਹਾਂ ਜੀ, ਸਾਨੂੰ ਬਹੁਤ ਔਖਾ ਜੀ। ਡੀਜ਼ਲ ਅਸਮਾਨ ਤੇ ਚੜ ਗਏ, ਲੋਕ ਤਾਂ ਜੂਝਦੇ ਆ ਜਾਣ ਵਾਸਤੇ, ਤੜਫ ਰਹੇ ਆ। ਕੋਈ ਮੋਟਰਸਾਈਕਲਾਂ 'ਤੇ ਆਉਂਦਾ, ਕਾਸ਼ 'ਤੇ ਆਉਂਦਾ, ਸੇਮ ਕਿਰਾਇਆ ਜੀ, ਹਲੇ ਕੋਈ ਵਾਧਾ ਨਹੀਂ ਕਰੇਗਾ। PRTC ਦਾ ਕਿਰਾਏ 'ਚ ਵਾਧਾ ਹੋਊਗਾ, ਫਿਰ ਪ੍ਰਾਈਵੇਟ ਵਧਾਉਣਗੇ। ਤੇ ਡੀਜ਼ਲ ਇੰਨਾ ਵਧਾਇਆ ਗਿਆ, 20 ਰੁਪਏ ਆ 10 ਦਿਨਾਂ 'ਚ 15-18 ਰੁਪਏ ਵਧਾਇਆ ਗਿਆ। ਲੋਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ। ਪ੍ਰਾਈਵੇਟ ਦਾ ਖਾਸ ਕਰਕੇ ਬਹੁਤ ਬੁਰਾ ਹਾਲ ਹੈ। ਪੂੰਜੇ ਲਾਤੀ ਸਰਕਾਰ ਨੇ ਪ੍ਰਾਈਵੇਟ ਵਾਸਤੇ, ਕਿਤੇ ਚੱਲਣ ਨੂੰ ਥਾਂ ਨਹੀਂ। ਕਿਹੜੇ ਰੋਡ ਚੱਲੂ 40 ਰੁਪਏ ਕਿਰਾਏ 'ਤੇ? ਬਹੁਤ ਮੁਸ਼ਕਿਲ ਹੋ ਰਿਹਾ ਹੈ, ਬਹੁਤ ਮੁਸ਼ਕਿਲ ਹੋ ਰਿਹਾ। ਜਿਹੜਾ ਵਾਧਾ ਕੀਤਾ ਗਿਆ ਉਹਦੇ ਨਾਲ ਸੈਟੀਸਫਾਈ ਆ ਤੁਸੀਂ ਵੀ, ਪ੍ਰਾਈਵੇਟ ਬੱਸਾਂ ਵਾਲੇ ਵੀ? ਨਹੀਂ ਸੈਟੀਸਫਾਈ, ਉਹ ਦੇ ਤਾਂ ਡੀਜ਼ਲ ਘਟਾ ਦੇਣ ਜੀ, ਅਸੀਂ ਕਿਰਾਇਆ ਘਟਾਉਣ ਨੂੰ ਤਿਆਰ ਹਾਂ। ਡੀਜ਼ਲ ਘਟਾਓ, 10 ਰੁਪਏ 15 ਰੁਪਏ ਡੀਜ਼ਲ ਘਟਾਓ, ਸੇਮ ਕਿਰਾਇਆ ਲਵਾਂਗੇ ਜੀ। ਉਧਰ ਜਦੋਂ ਬੱਸ ਮਾਲਕ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਸਾਨੂੰ ਟੈਕਸ ਵਿੱਚ ਛੋਟ ਅਤੇ ਤੇਲ ਕੀਮਤਾਂ ਵਿੱਚ ਕਟੌਤੀ ਚਾਹੀਦੀ ਹੈ। ਟਰਾਂਸਪੋਰਟ ਮਾਲਕ ਨੇ ਪੰਜਾਬ ਸਰਕਾਰ ਵੱਲੋਂ ਵਧਾਏ ਗਏ ਕਿਰਾਏ ਨੂੰ ਮਾਮੂਲੀ ਦੱਸ ਕੇ ਆਪਣੇ ਖਰਚੇ ਵੀ ਪੂਰੇ ਨਾ ਹੋਣ ਦੀ ਗੱਲ ਕੀਤੀ। ਕਰਤਾ ਅਜੇ ਪ੍ਰਾਈਵੇਟ ਬੱਸ ਤੇ ਕਿਸੇ ਕੋਈ ਆਪਰੇਟਰ ਨੇ ਅਜੇ ਤੱਕ ਲਾਗੂ ਨਹੀਂ ਕਰਿਆ। ਬੇਨਤੀ ਹੈ ਵੀ ਕੋਈ 11 ਪੈਸੇ ਪ੍ਰਤੀ ਕਿਲੋਮੀਟਰ ਨਾ ਵਧਣ ਨਾ, ਇੱਕ ਤਾਂ ਅਫਵਾਹਾਂ ਬਹੁਤ ਜ਼ਿਆਦਾ ਫੈਲ ਜਾਂਦੀਆਂ ਵੀ ਕਿਰਾਇਆ ਦੁੱਗਣਾ ਹੋ ਗਿਆ ਜੀ। ਜਿਹੜੀ ਸਾਡੀ ਸਵਾਰੀ ਦੀ ਮਾਰ ਹੈ ਪਹਿਲਾਂ ਹੀ ਬਹੁਤ ਪੈ ਰਹੀ ਹੈ ਪ੍ਰਾਈਵੇਟ ਦੀ, ਹੁਣ ਇਸ ਨਾਲ ਸਾਨੂੰ ਤਾਂ ਸਵਾਰੀ ਹੋਰ ਘਟ ਜਾਣੀ ਹੈ। ਅਸੀਂ ਤਾਂ ਬੇਨਤੀ ਕਰਦੇ ਕੋਈ ਟੈਕਸ ਤੇ ਛੂਟ ਦਿੱਤੀ ਜਾਵੇ ਤੇ ਡੀਜ਼ਲ ਘਟਾਇਆ ਜਾਵੇ, ਤੇ ਸਾਨੂੰ ਕੋਈ ਕਿਰਾਇਆ ਵਧਣ ਨਾਲ ਕੋਈ ਪ੍ਰੋਬਲਮ ਨਹੀਂ ਹੈ। ਜਿਹੜੇ ਪ੍ਰਾਈਵੇਟ ਜਿੰਨੇ ਵੀ ਆਪਰੇਟਰ ਹੈਗੇ ਇਹ ਚਾਹੁੰਦੇ ਵੀ ਡੀਜ਼ਲ ਘਟ ਜੇ, ਤੇ ਸਾਡਾ ਜਿਹੜਾ ਬੱਸਾਂ ਦਾ ਕੰਮ ਹੈ ਇਹ ਚਾਲੂ ਰੋਡ ਤੇ ਚੱਲਦਾ ਰਹਿ ਜੇ, ਨਹੀਂ ਤਾਂ ਮੰਦਹਾਲੀ 'ਚ ਜਾ ਰਿਹਾ ਜੀ। ਕਿੰਨਾ ਕੁ ਬੱਸਾਂ ਸਰਕਾਰ ਨੇ ਖੋਲਤੀਆਂ ਵੀ, ਸਾਰੀਆਂ ਸਵਾਰੀਆਂ ਲਿਜਾ ਸਕਦੇ ਆ, ਇਹ ਡਰ ਵੀ ਹੈਗਾ ਉਹਨਾਂ ਸਾਰੀਆਂ ਸਵਾਰੀਆਂ ਦਾ ਜੀ ਕੈਪਟਨ ਸਾਹਿਬ ਦਾ ਬਿਆਨ ਆਇਆ ਸੀਗਾ ਵੀ ਸਵਾਰੀ ਜਿੰਨੀ ਮਰਜ਼ੀ ਚੜਾ ਲਓ ਤੇ ਮਾਸਕ ਜ਼ਰੂਰੀ ਹੈ, ਪਰ ਕਰਕੇ ਸਵਾਰੀ ਦਾ
ਕਰੋਨਾ ਦਾ ਹੱਲ ਉਹੀ ਇੰਨਾ ਹੋ ਰਿਹਾ ਪ੍ਰਭਾਵ ਵੀ ਸਵਾਰੀ ਪੈ ਹੀ ਨਹੀਂ ਰਹੀ। ਹਜੇ ਤੱਕ ਜਿੰਨੇ ਸਾਡੇ ਆਪਰੇਟਰ ਆ ਪ੍ਰਾਈਵੇਟ ਬੱਸ ਦੇ ਜੀ, ਕਿਸੇ ਕੋਲੇ ਹਜੇ ਤੱਕ ਡੀਜ਼ਲ ਕੱਲਾ ਪੂਰਾ ਵੀ ਨਹੀਂ ਕਰ ਰਹੀਆਂ ਬੱਸਾਂ, ਤੇ ਡਰਾਈਵਰ ਕਨੈਕਟਰਾਂ ਨੂੰ ਤਾਂ ਦੂਰ ਦੀ ਗੱਲ ਆ ਵੀ ਤਨਖਾਹ ਦੇਣੀ ਪਈ। ਬਠਿੰਡਾ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦੇ ਇੱਕ ਪਰਿਵਾਰ ਨੂੰ ਕਿਰਾਇਆ ਨਾ ਮਿਲਣ ਕਾਰਨ ਮਕਾਨ ਮਾਲਕ ਨੇ ਘਰੋਂ ਬੇਘਰ ਕਰ ਦਿੱਤਾ। ਪਰਿਵਾਰ ਆਪਣੇ 2 ਮਾਸੂਮ ਬੱਚਿਆਂ ਸਮੇਤ ਸੜਕ ਕਿਨਾਰੇ ਰਾਤ ਕੱਟਣ ਨੂੰ ਮਜਬੂਰ ਹੋਇਆ, ਜਿਸ ਤੋਂ ਬਾਅਦ ਲੋਕਾਂ ਦੀ ਆਵਾਜ਼ ਚੁੱਕਣ ਲਈ ਜਾਣੇ ਜਾਂਦੇ ਵਿਜੇ ਕੁਮਾਰ ਨੇ ਸੜਕ ਵਿਚਕਾਰ ਬੈਠ ਪਰਿਵਾਰ ਲਈ ਇਨਸਾਫ ਦੀ ਗੁਹਾਰ ਲਗਾਈ। ਬਠਿੰਡਾ ਤੋਂ ਹਮੇਸ਼ਾ ਹੀ ਆਪਣੇ ਅਨੋਖੇ ਪ੍ਰਦਰਸ਼ਨ ਅਤੇ ਹਰ ਇੱਕ ਦੇ ਦੁੱਖ 'ਚ ਸਾਥ ਦੇਣ ਵਾਲੇ ਵਿਜੇ ਕੁਮਾਰ ਨਾਲ ਸੜਕ ਤੇ ਬੈਠਿਆ ਇਹ ਪਰਿਵਾਰ ਅਤੇ ਪਰਿਵਾਰ 'ਚ ਇਹ 2 ਮਾਸੂਮ ਬੱਚੇ ਘਰ ਤੋਂ ਬੇਘਰ ਹੋ ਗਏ ਨੇ, ਜਿਸ ਕਾਰਨ ਇਹ ਮਾਸੂਮ ਆਪਣੇ ਮਾਂ-ਪਿਓ ਨਾਲ ਸੜਕਾਂ ਤੇ ਧੱਕੇ ਖਾ ਰਹੇ ਨੇ। ਪੈਸਿਆਂ ਦੀ ਖਾਤਰ ਇਨਸਾਨ ਇਨਸਾਨੀਅਤ ਭੁੱਲਦਾ ਜਾ ਰਿਹਾ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਸੜਕਾਂ ਤੇ ਧੱਕੇ ਖਾ ਰਿਹਾ ਇਹ ਪਰਿਵਾਰ। ਦਰਅਸਲ ਇਹ ਪਰਿਵਾਰ ਇਸ ਲਈ ਧੱਕੇ ਖਾ ਰਿਹਾ ਹੈ ਕਿਉਂਕਿ ਇਹ ਕਿਰਾਏ ਦੇ ਮਕਾਨ 'ਚ ਆਪਣੇ ਦਿਨ ਕੱਟ ਰਿਹਾ ਸੀ, ਪਰ ਪਰਿਵਾਰ ਨੇ 1 ਮਹੀਨੇ ਦਾ ਮਕਾਨ ਮਾਲਕ ਨੂੰ ਕਿਰਾਇਆ ਨਹੀਂ ਦਿੱਤਾ, ਜਿਸ ਕਾਰਨ ਉਹਨਾਂ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਪੀੜਤ ਪਰਿਵਾਰ ਨੇ ਆਪਣੀ ਦੁੱਖ ਭਰੀ ਕਹਾਣੀ ਮੀਡੀਆ ਦੇ ਕੈਮਰੇ ਸਾਹਮਣੇ ਬਿਆਨ ਕੀਤੀ। ਮੇਰਾ ਨਾਮ ਗੋਪਾਲ ਗਰਗ ਹੈ ਜੀ। ਗਰਗ ਸਾਹਿਬ ਕੀ ਗੱਲ ਹੋਈ ਹੈ, ਕੀ ਰੌਲਾ ਸੀ? 1 ਮਹੀਨੇ ਦਾ ਲੋਕਡਾਊਨ ਕਰਕੇ ਮੇਰੇ ਕੋਲ ਕਿਰਾਇਆ ਨਹੀਂ ਦਿੱਤਾ ਗਿਆ, ਥੋੜਾ ਜਿਹਾ ਲੇਟ ਹੋ ਗਿਆ ਦੇਣ 'ਚ। ਰਾਤੀ ਮੈਨੂੰ ਕੁੱਟ ਕੇ ਬਾਹਰ ਕੱਢਿਆ ਗਿਆ ਔਰ ਮੇਰੀ ਪਰਿਵਾਰ ਤੇ ਗਲਤ ਨਿਗਾਹ ਰੱਖੀ ਜਾਂਦੀ ਹੈ। ਮੈਂ ਉੱਥੋਂ ਦੀ ਬਹੁਤ ਪਰੇਸ਼ਾਨ ਹੈ ਔਰ ਮੇਰਾ ਸਮਾਨ ਉੱਥੇ ਹੀ ਪਿਆ, ਨਾ ਤਾਂ ਮੈਨੂੰ ਸਮਾਨ ਚੱਕਣ ਦੇ ਰਿਹਾ, ਲੋਕ ਲਾ ਕੇ ਸਵੇਰ ਦਾ ਉਹ ਘਰੋਂ ਦੀ ਨਿਕਲਿਆ ਹੋਇਆ ਰਾਤ ਦਾ, ਨਾ ਮੈਨੂੰ ਰਾਤੀ ਘਰੇ ਵੜਨ ਦਿੱਤਾ ਗਿਆ। ਬੰਦਾ ਕੌਣ ਹੈ ਬਾਈ ਜੀ? ਕੌਣ? ਚੰਦਨ ਸਿੰਘ ਰਾਵਤ ਜੀ। ਉਹਦੇ ਕਿਰਾਏ ਤੇ ਰਹਿੰਦੇ ਸੀ? ਹਾਂਜੀ, ਉਹਦੇ ਕਿਰਾਏ ਤੇ ਰਹਿੰਦੇ ਸੀ। ਰਾਤ ਨੂੰ ਵੀ ਮੈਂ ਐਮਸੀ ਸਾਹਿਬ ਕੋਲ ਆਇਆ, ਕਤਵਾਲੀ ਵੀ ਨੰਗੇ ਪੈਰੀ ਆ ਕੇ ਬਿਲਕੁਲ ਦੋਨੋਂ ਬੱਚੇ ਜੀ ਮੇਰੀਆਂ ਚੱਪਲਾਂ ਵੀ ਹਲੇ ਉੱਥੇ ਘਰੇ ਹੀ ਪਈਆਂ। ਐਮਸੀ ਸਾਹਿਬ ਨੇ ਰੋਟੀ ਪਾਣੀ ਖਵਾਇਆ, ਰਾਤੀ ਵੀ ਐਮਸੀ ਸਾਹਿਬ ਕੋਲ ਆਇਆ, ਰਾਤ ਨੂੰ ਸੌਣ ਦਾ ਪ੍ਰਬੰਧ ਕਰਾਇਆ ਮੇਰਾ ਕਿਤੇ ਐਮਸੀ ਸਾਹਿਬ ਨੇ ਕਰਵਾਇਆ। ਕੀ ਮੰਗ ਕਰਦੇ ਹੋ? ਮੰਗ ਇਹ ਹੈ ਮੈਨੂੰ ਇਨਸਾਫ ਚਾਹੀਦਾ ਜੀ। ਮੇਰੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਔਰ ਮੇਰੇ ਨਾਲ ਇਹ ਧੱਕਾ ਕਰਕੇ ਮੈਨੂੰ ਕੁੱਟ ਮਾਰ ਕਰਕੇ ਇੱਥੇ ਦੰਦੀ ਵੱਡੀ, ਹੋਰ ਮੇਰੀ ਛਾਤੀ 'ਚ ਵੀ ਦਰਦ ਹੋ ਰਿਹਾ, ਹੋਰ ਬਹੁਤ ਕੁੱਟਿਆ ਮੈਨੂੰ ਔਰ ਆਪ ਜਾ ਕੇ ਹਸਪੀਟਲ 'ਚ ਦਾਖਲ ਹੋ ਗਿਆ। ਪੀੜਤ ਪਰਿਵਾਰ ਮੁਤਾਬਿਕ ਮਕਾਨ ਮਾਲਕ ਉਸ ਦੀ ਪਤਨੀ ਤੇ ਮਾੜੀ ਅੱਖ ਰੱਖਦਾ ਸੀ, ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਦੁੱਖ 'ਚ ਖੜੇ ਅਤੇ ਉਹਨਾਂ ਦਾ ਸਾਥ ਦੇਣ ਲਈ ਅੱਗੇ ਆਏ ਸਾਬਕਾ ਐਮਸੀ ਵਿਜੇ ਕੁਮਾਰ। ਪਰਿਵਾਰ ਪਿਛਲੇ 2 ਦਿਨਾਂ ਤੋਂ ਸੜਕ ਤੇ ਧੱਕੇ ਖਾ ਰਿਹਾ ਸੀ। ਵਿਜੇ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਧਰਨਾ ਜਾਰੀ ਰਹੇਗਾ। ਗਰੀਬ ਪਰਿਵਾਰ ਹੈ, ਬਾਣੀਆ ਜਾਤੀ ਨਾਲ ਸੰਬੰਧ ਰੱਖਦਾ ਹੈ। ਚਲੋ ਗਰੀਬੀ ਆ ਗਈ ਜਾਂ ਜਿਵੇਂ ਵੀ ਹੈਗਾ, ਇਹ ਐਸਐਸ ਨਗਰ ਦੇ ਕਿਸੇ ਕੋਲ ਕਿਰਾਏ ਤੇ ਰਹਿੰਦਾ, 42 ਗਜ ਦੀ ਉਹ ਜਗ੍ਹਾ। ਜਿਹੜਾ ਇਹਨਾਂ ਨਾਲ 3000 ਰੁਪਏ ਕਿਰਾਇਆ ਹੋਇਆ ਸੀ, ਉਹ ਇਹ ਹੋਇਆ ਸੀ ਵੀ ਤੁਸੀਂ ਇਕੱਲੇ ਰਹੋਗੇ ਤੇ ਮੈਂ ਅੱਡ ਰਹੂੰਗਾ। ਇਹਨਾਂ ਨੇ ਇਹ ਵੀ ਕਬੂਲ ਕਰ ਲਿਆ, ਗਰੀਬ ਬੰਦੇ ਸੀ ਉਹ ਵੀ ਵਿੱਚ ਰਹੀ ਜਾਂਦੇ ਤੇ ਇਹ ਵੀ ਵਿੱਚ ਰਹੀ ਜਾਂਦੇ ਆ। ਉਹ ਇਕੱਲਾ ਬੰਦਾ ਹੈ, ਇਹਨਾਂ ਨੂੰ ਨਜਾਇਜ਼ ਤੰਗ ਰਿਹਾ। ਜਿਹੜੀ ਮੇਰੇ ਕੋਲ ਲੇਡੀਜ਼ ਬੈਠੀ ਹੈ ਕੁੜੀ, ਇਹਦੇ ਤੇ ਵੀ ਉਹਨੇ ਗਲਤ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ। ਇਹਨਾਂ ਦੇ ਮੁਤਾਬਕ ਜੋ ਇਹਨਾਂ ਨੇ ਮੈਨੂੰ ਦੱਸਿਆ, ਮੈਂ ਉਹਨੂੰ ਜਾਣਦਾ ਨਹੀਂ ਕੌਣ ਹੈ। ਇਹ ਰਾਤ ਨੂੰ ਮੇਰੇ ਕੋਲ ਆਏ ਸੀ, ਸਾਰੇ ਬੱਚੇ ਛੋਟੇ ਨੰਗੇ ਪੈਰੀ ਦੇਖ ਲਓ, ਕੋਲੇ ਕੁੜੀ ਦਾ ਇੱਕ ਮੁੰਡਾ, ਇਹ ਮਿੱਟੀ ਖਾਈ ਜਾਂਦੇ ਜਿਹੜੇ ਇਹਨਾਂ ਨੂੰ ਖਾਣ ਨੂੰ। ਰਾਤ ਨੂੰ ਇਹਨਾਂ ਨੂੰ ਪਰਿਵਾਰ ਨੂੰ ਰੋਟੀ ਖਵਾਈ ਤੇ ਰੋਟੀ ਖਵਾਉਣ ਤੋਂ ਬਾਅਦ ਇਹਨਾਂ ਨੂੰ ਮੈਂ ਕਿਹਾ ਵੀ ਚਲੋ ਦੇਖ ਲਓ ਤੁਸੀਂ ਕਿਵੇਂ ਕਰਨਾ। ਇਹਨਾਂ ਨੇ ਇੱਥੇ ਸੋਣਾ ਤਾਂ ਇੱਥੇ ਸੋ ਜਾਓ, ਪਰ ਇਹ ਰਾਤ ਪਤਾ ਨਹੀਂ ਕਿੱਥੇ ਸੋਏ ਆ, ਫੁੱਟਪਾਥ ਤੇ ਕਿੱਥੇ ਸੋਏ ਆ। ਇਹ ਮੇਰੇ ਕੋਲ ਚਲੇ ਗਏ ਸੀ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਅੱਜ ਸਵੇਰੇ ਬਹੁਤ ਤਲਾਸ਼ਿਆ, ਪਰ ਇਹ ਹੁਣ ਆਪੇ ਹੀ ਆ ਗਏ, ਕਹਿੰਦੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਥਾਣੇ ਵੀ ਦਰਖਾਸਤ ਦਿੱਤੀ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਜਿਹੜਾ ਮਾਲ ਮਕਾਨ ਹੈ ਉਹ ਘਰੋਂ ਜੰਦਰਾ ਲਾ ਕੇ ਪਤਾ ਨਹੀਂ, ਕਹਿੰਦੇ ਕੋਈ ਕਹਿੰਦਾ ਹਸਪੀਟਲ ਦਾਖਲ ਹੋ ਗਿਆ, ਕਿਉਂ ਹੋ ਗਿਆ ਸਮਝ ਨਹੀਂ ਆਉਂਦੀ ਪਈ। ਉਹ ਆਪਦੀਆਂ ਗਲਤੀਆਂ ਛੁਪਾਉਣ ਦੇ ਲਈ ਇਹਨਾਂ ਤੇ ਦਬਾਅ ਪਾਉਣ ਲਈ ਹਸਪੀਟਲ ਦਾਖਲ ਹੋ ਗਿਆ, ਜਦ ਕਿ ਇਹ ਬੱਚੇ ਰੋਈ ਜਾਂਦੇ। 1 ਮਹੀਨੇ ਦਾ ਜੇ ਕਿਰਾਇਆ ਨਹੀਂ ਦਿੱਤਾ ਗਿਆ ਗਰੀਬ ਬੰਦੇ ਤੋਂ, ਤਾਂ ਤੁਸੀਂ ਧੱਕੇ ਨਾਲ ਉਹਦਾ ਸਮਾਨ ਵੀ ਰੱਖ ਲਿਆ ਤੇ ਉਹਨੂੰ ਘਰੇ ਵੀ ਨਹੀਂ ਵੜਨ ਦਿੰਦੇ ਤੇ ਆਪ ਜੰਦਰਾ ਲਾ ਕੇ ਤੁਸੀਂ ਭੱਜ ਗਏ। ਮੈਂ ਵੀ ਫੋਨ ਕੀਤਾ, ਨਹੀਂ ਚੱਕਿਆ। ਇਹ ਸਰੇਆਮ ਧੱਕਾ ਹੋ ਰਿਹਾ, ਕਿਸੇ ਕੀਮਤ ਤੇ ਬਰਦਾਸ਼ਤ ਨਹੀਂ। ਕਿ ਬੱਚੇ ਦੇਖੋ ਰੋਈ ਜਾਂਦੇ ਆ, ਕਲਕਲਾਈ ਜਾਂਦੇ ਆ, ਰਾਤ ਪੈ ਰਹੀ ਹੈ, ਕੋਈ ਹਜੇ ਤੱਕ ਨਾ ਤਾਂ ਕੋਈ ਇਹਨਾਂ ਦੀ ਕੋਈ ਸੁਣਵਾਈ ਕੀਤੀ ਗਈ ਹੈ। ਜਾਂ ਤਾਂ ਇਹਨਾਂ ਨੂੰ ਘਰ ਦੇ ਅੰਦਰ ਵਾੜੋ ਜਾਂ ਇਹਨਾਂ ਦਾ ਸਮਾਨ ਚੁਕਾਓ, ਨਹੀਂ ਤਾਂ ਇੱਥੇ ਧਰਨੇ ਤੇ ਸਾਰੀ ਰਾਤ ਬੈਠਾਂਗੇ, ਚਾਹੇ ਕੁਝ ਵੀ ਹੋ ਜਾਵੇ। ਪੀੜਤ ਪਰਿਵਾਰ ਅਤੇ ਵਿਜੇ ਕੁਮਾਰ ਧਰਨੇ ਤੇ ਬੈਠ ਗਏ ਨੇ, ਇਨਸਾਫ ਦੀ ਮੰਗ ਕਰ ਰਹੇ ਨੇ। ਨਾਲ 2 ਮਾਸੂਮ ਬੱਚੇ। ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਪੁਲਿਸ ਕੰਪਲੇਂਟ ਵੀ ਕੀਤੀ ਸੀ ਕਿਉਂਕਿ ਮਕਾਨ ਮਾਲਕ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਸੀ ਅਤੇ ਮਕਾਨ ਮਾਲਕ ਨੇ ਉਹਨਾਂ ਦਾ ਸਮਾਨ ਵੀ ਨਹੀਂ ਚੁੱਕਣ ਦਿੱਤਾ, ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਮਾਮਲਾ ਗੁਰੂ ਨਗਰੀ ਅੰਮ੍ਰਿਤਸਰ ਦੇ ਅਨਗੜ ਦਾ ਹੈ, ਜਿੱਥੇ ਪੁਲਿਸ ਦੀ ਮੌਜੂਦਗੀ ਵਿੱਚ ਸ਼ਰੇਆਮ ਗੁੰਡਾਗਰਦੀ ਹੋਈ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਪੱਤਰਕਾਰਾਂ ਨੇ ਪੁਲਿਸ ਨਾਲ ਗੱਲਬਾਤ ਕਰਨੀ ਚਾਹੀ ਤਾਂ ਪੁਲਿਸ ਕਰਮੀ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ। ਦੇਖੋ ਪੂਰੀ ਖਬਰ।
ਕੁਛ ਨਹੀਂ ਭਾਜੀ, ਕੁਛ ਨਹੀਂ ਕਰਦੀ ਕੋਈ ਕਾਰਵਾਈ ਨਹੀਂ। ਨਾਲ ਪੁਲਿਸ ਵਾਲੇ ਖੁਦ ਫੋਨ ਕਰਾਉਂਦੇ ਮਾਰ ਕੇ ਚਲੇ ਗਏ ਆ। ਆਪ ਥਾਣੇਦਾਰ ਖੁਦ ਆਪ ਡਿਆ ਕਰਨ ਸਾਡੇ ਸਾਨੂੰ ਤੱਕ ਕੇਂਦਰ ਵਾੜ ਕੇ ਤੁਹਾਡੇ ਤੇ ਪਰਚੇ ਕਰ ਦੇਣੇ। ਔਰਤਾਂ ਦੇ ਮੀਡੀਆ ਦੇ ਕੈਮਰੇ ਸਾਹਮਣੇ ਭੜਕਣ ਅਤੇ ਅੱਗ ਬਬੂਲਾ ਹੋਣ ਦਾ ਕਾਰਨ ਹੈ ਇਲਾਕੇ 'ਚ ਪੁਲਿਸ ਦੀ ਮੌਜੂਦਗੀ 'ਚ ਹੋਈ ਸ਼ਰੇਆਮ ਗੁੰਡਾਗਰਦੀ। ਜੀ ਹਾਂ, ਹਮਲੇ ਬਾਰੇ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਇਲਾਕੇ 'ਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਨੂੰ ਸਭ ਕੁਝ ਪਤਾ ਸੀ, ਲੜਾਈ ਦਾ ਕਾਰਨ ਹੈ ਨਸ਼ਾ। ਕਿਤੇ ਲਾਗੇ ਚੌਂਕੀ ਹੈ, ਚੌਂਕੀਦਾਰ ਜੀ ਕਹਿ ਰਿਹਾ ਤੇ ਕੋਈ ਗੋਲੀ ਚੱਲੀ ਨਹੀਂ। ਨਾਲ ਗੱਲ ਹੈ ਜੀ, ਕੋਈ ਨਹੀਂ ਸੁਣਦਾ ਪਿਆ। ਖੁਦ ਫੋਨ ਆਉਂਦੇ ਇਹਨਾਂ ਨੂੰ ਬਾਰ-ਬਾਰ, ਆਪ ਗੱਲਾਂ ਕਰਦੇ ਪਏ ਜੀ। ਕੌਣ ਫੋਨ ਕਰਦੇ ਪਏ ਆ ਜੀ ਇਹਨਾਂ ਉਹ ਨੂੰ? ਫੋਨ ਕਰਨ ਦੇ 4 ਵਜੇ ਦੇ ਫੋਨ ਚ 4 ਵਜੇ ਦੀ ਕੰਪਲੇਂਟ ਕੀਤੀ, ਕੋਈ ਨਹੀਂ ਉਹਨਾਂ ਦੇ ਘਰੇ ਗਿਆ, ਕਿਸੇ ਨਹੀਂ ਫੜਿਆ ਉਹਨੂੰ। ਲੋਕੀ ਫੋਨ ਕਰਨ ਦੇ ਆ, ਲੋਕੀ ਫੋਨ ਕਰਦੇ ਡਾਲੇ ਇਹਨਾਂ ਨੂੰ ਬੋਤਲਾਂ ਦੇਣ ਦੇ ਸਾਹਮਣੇ ਡਾਲੇ ਦੇਣ ਦੇ, ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ। ਦਰਖਾਸਤ ਦਿੱਤੀ ਪਰ ਪੁਲਿਸ ਮੌਜੂਦ ਸੀ ਇੱਥੇ, ਪੁਲਿਸ ਦੀ ਮੌਜੂਦਗੀ ਦੇ ਵਿੱਚ ਇਹ ਸਾਰੀ ਗੱਲ ਹੋਈ ਹੈ। ਪਹਿਲਾ ਵਾਰ ਉਹਨਾਂ ਕੀਤਾ ਆ, ਇਹਨਾਂ ਨਹੀਂ ਕੀਤਾ। ਸਾਡੇ ਸਿਰ 'ਚ ਬੋਤਲਾਂ ਮਾਰ ਕੇ ਗਏ, ਜੇ ਵਾਰ ਹੀ ਚੱਲਦਾ ਤਾਂ ਫੇਰ ਸੀ ਨਾ, ਉਹਨਾਂ ਨੂੰ ਕਿਉਂ ਨਹੀਂ ਸੱਟਾਂ ਲੱਗੀਆਂ? ਪਰ ਹੁਣ ਉਹਦੇ ਬੀਬੀਆ ਪਾਲੋ ਜਿਹਨੂੰ ਆਂਦੀ ਆ, ਉਹਦੇ ਕਹਿੰਦੇ ਅਸੀਂ ਦਾਤਰ ਮਾਰ ਕੇ ਮੁੰਡੇ ਦੀ ਧੌਣ ਲਾਉਣੀ ਗੁੱਗਿਆ ਨੇ। ਇਹਨੇ ਮੁੰਡਾ ਕਿੰਨੇ ਕਹੀ ਆ ਜੀ ਇੰਨੀ ਗੱਲ? ਕਿੰਨੇ? ਛੰਮੇ ਨੇ ਕਹੀ ਆ। ਕਿੱਥੋਂ ਦਾ ਰਹਿਣ ਵਾਲਾ, ਕੀ ਕੰਮ ਕਰਦਾ ਉਹ? ਕੰਮ ਕਰਦੇ ਤਾਂ ਸਾਨੂੰ ਪਤਾ ਨਹੀਂ, ਬਦਮਾਸ਼ੀ ਕਰਦੇ ਹੋਰ ਇਹਨਾਂ ਕੀ ਕਰਦੇ। ਤੁਹਾਨੂੰ ਪਤਾ ਹੀ ਹੈ ਭਾਜੀ, ਬਦਮਾਸ਼ੀ ਚੱਲਦੀ ਅੱਗੇ। ਬਦਮਾਸ਼ੀ ਨੇ ਤੇ ਏਦਾਂ ਮਾਰਿਆ ਪਰ ਦੇਖ ਲਈਏ ਤਾਂ ਕੁਝ ਕਦਮਾਂ ਤੇ ਜਿਹੜੀ ਚੌਂਕੀ ਹੈ ਜਿਹਨੂੰ ਪੁਲਿਸ ਦਾ ਅੱਡਾ ਬਣਾਇਆ ਹੋਇਆ ਪੁਲਿਸ ਵਾਲਿਆਂ ਨੇ, ਕੀ ਸਮਝਦੇ ਹੋ ਇਹਨੂੰ? ਕੁਛ ਨਹੀਂ ਭਾਜੀ, ਕੁਛ ਨਹੀਂ ਕਰਦੀ ਕੋਈ ਕਾਰਵਾਈ ਨਹੀਂ। ਨਾਲ ਪੁਲਿਸ ਵਾਲੇ ਖੁਦ ਫੋਨ ਕਰਾਉਂਦੇ ਮਾਰ ਕੇ ਚਲੇ ਗਏ ਆ। ਆਪ ਥਾਣੇਦਾਰ ਖੁਦ ਆਪ ਡਿਆ ਕਰਨ ਸਾਡੇ ਸਾਨੂੰ ਤੱਕ ਕੇਂਦਰ ਵਾੜ ਕੇ ਤੁਹਾਡੇ ਤੇ ਪਰਚੇ ਕਰ ਦੇਣੇ। ਅਸੀਂ ਤੇ ਕਹਿ ਰਹੇ ਪਰਚੇ ਕਾਹਦੇ ਕਰਨੇ, ਸਾਡੇ ਬੱਚਿਆਂ ਤੇ ਵੀ ਦਰਖਾਸਤ ਦਿੱਤੀ ਆ। ਹੁਣ ਤੁਹਾਡੀ ਕੀ ਮੰਗ ਹੈ? ਸਾਡੀ ਮੰਗ ਇਹ ਹੈ ਕਿ ਘਰ ਜਾਈਏ, ਜਿੱਦਾਂ ਸਾਡਾ ਇਹਨਾਂ ਮਾਰਿਆ ਹਾਂਜੀ ਤੇ ਇਹਨਾਂ ਤੇ ਵੀ ਜੋ ਬਣਦੀ ਕਾਰਵਾਈ ਕਰੋ। ਉਧਰ ਜਦੋਂ ਪੁਲਿਸ ਨੇ ਇਸ ਬਾਬਤ ਸਵਾਲ ਕੀਤਾ ਗਿਆ ਤਾਂ ਪਹਿਲਾਂ ਤਾਂ ਸਵਾਲਾਂ ਦੇ ਜਵਾਬ ਦੇਣ ਤੋਂ ਉਹ ਭੱਜਦੇ ਨਜ਼ਰ ਆਏ ਤੇ ਫਿਰ ਗੱਲ ਕੀਤੀ ਤਾਂ ਉਹ ਵੀ ਗੋਲਮੋਲ। ਸਰ 5 ਵਜੇ ਦੀ ਤੁਹਾਨੂੰ ਪਹਿਲੇ ਰਿਪੋਰਟ ਦਿੱਤੀ ਗਈ ਹੈ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਕੀ ਕਾਰਨ ਸਮਝਦੇ ਹੋ? ਚੰਦ ਦੂਰੀ ਤੇ ਜਿਹੜੇ ਹੈਗੇ ਨੇ, ਇਹ ਚੰਦ ਦੂਰੀ ਤੇ ਜੇ ਆਪਾਂ ਸਮਝ ਲਈਏ ਕਿ ਇਹ ਜਿਹੜੀ ਪੁਲਿਸ ਚੌਂਕੀ ਹੈਗੀ ਆ, ਚੰਦ ਦੂਰੀ ਤੇ ਪੁਲਿਸ ਚੌਂਕੀ ਆ, ਨਸ਼ਿਆਂ ਦਾ ਗੜ੍ਹ ਮੰਨਿਆ ਜਾਂਦਾ ਜਿਹੜਾ ਅਨਗੜ੍ਹ ਇਲਾਕਾ ਵਾ। ਕਿਸ ਤਰ੍ਹਾਂ ਕੀ ਕਾਰਨ ਕੀ ਰਹੇ ਆ ਇਹ ਸਾਰੇ? ਕਿਉਂ ਮਤਲਬ ਤੁਹਾਨੂੰ ਰਿਪੋਰਟ ਦਿੱਤੀ ਗਈ ਹੈ, ਕੀ ਕਾਰਨ ਕੀ ਰਿਹਾ? ਡਿਊਟੀ ਅਫਸਰ ਜੇ ਤੁਸੀਂ ਇੰਚਾਰਜ ਅਨਗੜ। ਹਾਂਜੀ, ਆਪਣਾ ਪੱਖ ਦੱਸ ਦਿਓ ਨਾ ਸਰ, ਕੀ ਹੋਇਆ ਕੀ ਹੈ? ਕੀ ਅਸਲ ਸੱਚ ਕੀ ਹੈਗਾ ਉਹੀ ਤੁਹਾਨੂੰ ਪੁੱਛਦੇ ਪਏ ਆ। ਕਿਰਪਾਲ ਗੁੱਗੀ ਨੂੰ ਦਰਖਾਸਤ ਦਿੱਤੀ ਸਮੇਂ ਦੇ ਘਰ, ਉਹਦੇ ਘਰ ਰੇਡ ਕੀਤਾ, ਤਾਲਾ ਲੱਗਾ ਸੀ। ਉਹ ਐਂ ਦੀ ਲੰਘ ਕੇ ਗਿਆ ਤੇ ਗੁੱਗੀ ਨਾਲ ਕੇ ਬੋਲਾਂ ਮਾਰੀ। ਕਿੰਨੇ ਜਾਣੇ ਸੀ ਉਹ? ਕਿੰਨੇ ਜਾਣੇ ਸੀ ਇਹ? ਸਰ ਬੋਤਲਾਂ ਕਿੰਨਾਂ ਦੇ ਤੁਹਾਡੇ ਦੇ ਵੱਜੀਆਂ, ਕਿੰਨਾਂ ਦੇ ਵੱਜੀਆਂ, ਕੁਝ ਦੱਸੋਗੇ ਸਰ? ਹਾਂਜੀ, ਬੋਤਲਾਂ ਕਿੰਨਾਂ ਦੇ ਵੱਜੀਆਂ? ਬਾਹਰ ਖੜੋਤਾ ਸੀ। ਪਰ ਘਰ ਕਿੰਨਾਂ ਦੇ ਵੱਜੀਆਂ? ਘਰ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੋਲੀ ਵੀ ਚੱਲੀ ਹੈ। ਕੀ ਸਮਝਦੇ ਹੋ ਇਹਨੂੰ? ਇਹ ਤਫਤੀਸ਼ ਚੱਲ ਰਹੀ ਹੈ, ਉਹ ਚ ਵੇਖ ਲਾਂਗੇ ਕਿਹਦਾ ਕਸੂਰ ਹੈ, ਜਿਹਦਾ ਕਸੂਰ ਤੇ ਪੱਤੇ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਕਾਰਵਾਈ ਹੋਊਗੀ, ਮੈਂ ਲਿਆਉਂਗਾ ਅਮਲ ਚ। ਮਾਮਲਾ ਅੰਮ੍ਰਿਤਸਰ ਦੇ ਅਨਗੜ ਦਾ ਹੈ, ਜਿਸ ਨੂੰ ਨਸ਼ੇ ਦਾ ਗੜ ਮੰਨਿਆ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਸਵਾਲਾਂ ਦੇ ਘੇਰੇ 'ਚ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਖਬਰਾਂ ਲੈ ਕੇ ਫਿਰ ਮਿਲਾਂਗੇ। ਦੇਖਦੇ ਰਹੋ ਚੱਕ ਤੇ ਟੀਵੀ। ਫਿਲਹਾਲ ਤੁਹਾਨੂੰ ਛੱਡ ਜਾਂਦੇ ਹਾਂ ਕਰੋਨਾ ਦੀ ਲੇਟੈਸਟ ਅਪਡੇਟ ਨਾਲ। ਸਤਿ ਸ਼੍ਰੀ ਅਕਾਲ।